ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ। ਨਨਵਤ ਨਾਨਕ ਸੁਨ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਨਿਰਜਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ। ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਪ੍ਰਾਨ ਕੇ ਬਚਈਆ दूध पूत के दवैया। रोग सोग के मिटैया किदों मानी महामान हो। विद्या के विचार हो के अद्वय अवतार हो। शुद्धता की सूरत हो के शुद्धता की शान हो। जोबन के जाल हो के काल हूँ के काल हो। सतरन के सूल हो के मित्रन के प्राण हो। जोबन के जाल हो के काल हूँ के काल हो। सतरन के सूल हो के मित्रन के प्राण हो। कौन जाने गुण तेरे साहिबा कौन जाने गुण तेरे। कौन जाने गुण तेरे कौन जाने गुण तेरे। कौन जाने गुण तेरे साहिबा कौन जाने गुण तेरे। कौन जाने गुण तेरे कौन जाने गुण तेरे। कहीं न जानी अब गुण मेरे कहीं न जानी अब गुण मेरे। कहीं न जानी अब गुण मेरे कहीं न जानी अब गुण मेरे। कौन जाने गुण तेरे साहिबा कौन जाने। साहिबा कौन जाने गुण तेरे कौन जाने गुण तेरे।
कत की माई बाप कत केरा, किदु थावो हम आए। अगन बिंब जल भीतर निपजै, काहे कम पाए मेरे साहिबा। कौन जाने गुण तेरे, कहीं न जानी अवगुण मेरे रहाओ। किते रुख बिरखाम चीने, किते पशु पाए। किते नाग कुली मह आए, किते पंख उड़ाए। हाट पटन बिच मंदिर भन्नै, कर चोरी घर आवे। अगों देखै पिछों देखै, तुझ ते कहाँ छुपावै। तट तीर थम नवखंड देखे, हाट पटन बाजारा लैके तकड़ी तोलन लागा। कट ही मैं बनजारा, जीता समुंद सागर नीर भरिया। तेते अवगण हमारे, दया करो किस मेहर पावो। डुबदे पत्थर तारे, जियड़ा अगन बराबर तपै। भीतर वगै काती, प्रणवत नानक हुक्म पछाणै। सुख होवै दिन राती, मेरे साहिबा। कौन जाने गुण तेरे, मेरे साहिबा। कौन जाने गुण तेरे। साहिबा मेरे साहिबा। कौन जाने मेरे साहिबा। कौन जाने गुण तेरे। परम सत्कारयोग सतगुरां दी साजी नवाजी गुरु का खास रूप गुरु खालसा साध संगत जी, आप काफ़ी समय तो धन 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 गुरु ग्रंथ साहिब महाराज की पावन पवित्र हजूरी विच पहुँच के सच्चे पातशाह के दरबार दीयां हाजरियां भर के गुरु रामदास महाराज के घरों बख्शिशां प्राप्त धन धन रामदास गुर जिन सिरिया तिन्हें सवारिया, पूरी होई करामात आप सिरजनहारै धारिया। उस घर दे हजूरी रागी जिस घर नमस्कार करने वास्ते कई कई घंटे लैन विच खड़ना पैंदा है। कहण तो भाव श्री दरबार साहिब दे हजूरी रागी
ਗੁਰਮੁਖ ਪਿਆਰਿਆਂ ਨੇ ਸੰਗਤਾਂ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾ ਕੇ ਆਪਣਾ ਸਮਾਂ ਕੀਮਤੀ ਬਣਾਇਆ। ਥੋੜ੍ਹਾ ਜਿਹਾ ਸਮਾਂ ਸਾਨੂੰ ਵੀ ਹਾਜ਼ਰੀ ਭਰਨ ਦਾ ਹੁਕਮ ਹੋਇਆ। ਭਾਵੇਂ ਸਟੇਜ ਉੱਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਅਮਰੀਕ ਸਿੰਘ ਜੀ ਮਹਾਰਾਜ ਨੂੰ, ਉਹਨਾਂ ਦੇ ਜਥੇਦਾਰ ਬਾਬਾ ਇੰਦਰ ਸਿੰਘ ਜੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਘਰ ਨੂੰ ਸਮਰਪਿਤ ਕੀਤੀ ਹੈ। ਬਚਪਨ ਤੋਂ ਸੇਵਾ ਵਿੱਚ ਕੋਈ ਆਪਣਾ ਘਰ ਬਣਾ ਰਿਹਾ, ਕੋਈ ਜਾਇਦਾਦ ਬਣਾ ਰਿਹਾ, ਕੋਈ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਘਰ ਦੀ ਸੇਵਾ, ਨਿਸ਼ਕਾਮ, ਨਿਰਮਾਣ ਤੇ ਨਿਰਵਾਣ। ਉਹ ਵੀ ਪਹੁੰਚੇ ਨੇ। ਬਾਬਾ ਪ੍ਰੀਤਮ ਸਿੰਘ ਜੀ ਸਟੇਜ ਤੇ ਸਵਾਏਮਾਨ ਨੇ, ਜਿਹੜੇ ਇਸ ਸਮਾਗਮ ਦੀ ਅਗਵਾਈ ਕਰ ਰਹੇ ਨੇ। ਹੋਰ ਵੀ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਦਰਸ਼ਨ ਕਰਨੇ ਆ। ਸੋ ਆਪਾਂ ਜਿੰਨਾ ਕੁ ਸਮਾਂ ਬਹਿਣਾ ਸਫਲਾ ਕਰਨਾ, ਬੈਠਣਾ ਨਹੀਂ ਇਕੱਲਾ। ਸਮਾਂ ਤਾਂ ਉਹਨਾਂ ਦਾ ਵੀ ਲੰਘ ਰਿਹਾ ਜਿਹੜੇ ਸੜਕਾਂ ਤੇ ਖੜੇ ਨੇ, ਜਿਹੜੇ ਘਰਾਂ 'ਚ ਬੈਠੇ ਨਾਚ ਰਾਸ ਦੇਖ ਰਹੇ ਨੇ, ਉਹਨਾਂ ਦਾ ਵੀ ਲੰਘ ਰਿਹਾ। ਪਰ ਫਰਕ ਇੰਨਾ ਹੈ, ਗੁਰਮੁਖ ਲਾਧਾ ਮਨਮੁਖ ਗਵਾਇਆ। ਅਸੀਂ ਲਾਹਾ ਲੈ ਰਹੇ ਹਾਂ ਸਮੇਂ ਤੋਂ, ਉਹ ਗਵਾ ਰਹੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀਓ। ਜ਼ਿੰਦਗੀ ਦਾ ਉਹੀ ਸਮਾਂ ਸਫਲ ਹੈ ਜਿਹੜਾ ਉਸ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੁੰਦਾ ਹੈ। ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਦੇ 52 ਕਵੀ ਮਹਾਰਾਜ ਦੇ ਦਰਬਾਰ 'ਚ ਹੁੰਦੇ ਸੀ। 52 ਕਵੀ, 52 ਵਿਦਵਾਨ। ਆਪ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਮਹਾਨ ਵਿਦਵਾਨਾਂ ਦੇ ਵਿਦਵਾਨ ਸੀ, ਕਲਮ ਦੇ ਧਨੀ ਸੀ। ਉਹਨਾਂ ਦੀ ਕਲਮ ਵਿੱਚ ਇੰਨੀ ਤਸੀਰ ਸੀ, ਜਿਹੜਾ ਔਰੰਗਜ਼ੇਬ ਕਿਸੇ ਤੋਂ ਤੋਪ ਦੇ ਗੋਲੇ ਨਾਲ ਨਹੀਂ ਮਰਿਆ, ਤੀਰ ਨਾਲ ਨਹੀਂ ਮਰਿਆ, ਤਲਵਾਰ ਨਾਲ ਨਹੀਂ ਮਰਿਆ, ਉਹਨੂੰ ਕਲਗੀਧਰ ਪਾਤਸ਼ਾਹ ਨੇ ਕਲਮ ਦਾ ਵਾਰ ਕਰਕੇ ਮਾਰ ਦਿੱਤਾ। ਜਫਰਨਾਮਾ, ਫਤਿਹ ਦੀ ਚਿੱਠੀ। ਜਿਉਂ-ਜਿਉਂ ਔਰੰਗਜ਼ੇਬ ਜਫਰਨਾਮਾ ਪੜ੍ਹਦਾ ਗਿਆ, ਉਹਦੇ ਦਮ ਖੁਸ਼ਕ ਹੁੰਦੇ ਗਏ। ਸਾਰਾ ਜਫਰਨਾਮਾ ਪੜ੍ਹ ਲਿਆ, ਹੁਣ ਉਹਦੇ ਪ੍ਰਾਣ ਨਹੀਂ ਨਿਕਲ ਰਹੇ। ਸਾਰੇ ਜਫਰਨਾਮੇ ਤੋਂ ਬਾਅਦ ਮਹਾਰਾਜ ਨੇ ਲਿਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਇਹ ਨਹੀਂ ਕਹਿ ਰਿਹਾ, ਜਫਰਨਾਮਾ ਪੜ੍ਹ ਲਿਆ, ਫਤਿਹ ਨਹੀਂ ਬੁਲਾ ਰਿਹਾ। ਹੁਣ ਉਹਦੀ ਮੌਤ ਨਹੀਂ ਆ ਰਹੀ। ਉਹਦਾ ਅਹਿਲਕਾਰ ਖੜਾ, ਕਹਿੰਦਾ ਬਾਦਸ਼ਾਹ ਹੁਣ ਫਤਿਹ ਬੁਲਾ, ਤੇਰੇ ਤਾਂ ਅੰਤ ਹੋਣੇ ਆ। ਜਦੋਂ ਔਰੰਗਜ਼ੇਬ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਿਰ ਉਹਦੀ ਮੌਤ ਹੋਈ। ਕਿਸੇ ਨੂੰ ਰਾਜੇ ਮਹਾਰਾਜੇ ਦੇ ਪੁੱਤਰ ਹੋਣ ਦਾ ਮਾਣ ਹੋ ਸਕਦਾ ਹੈ, ਕਿਸੇ ਨੂੰ ਅਮੀਰ ਧਨਾੜ ਦੇ ਪੁੱਤਰ ਹੋਣ ਦਾ ਮਾਣ ਹੋ ਸਕਦਾ ਹੈ, ਪਰ ਸਾਨੂੰ ਮਾਣ ਹੈ ਅਸੀਂ ਉਸ ਗੁਰੂ ਦੇ ਸਿੰਘਾਂ ਜਿਹਦੇ ਵਰਗਾ ਦੁਨੀਆ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਕਿਹੜੀ ਗੱਲ ਕਰੋਗੇ ਦਸਵੇਂ ਪਾਤਸ਼ਾਹ ਦੀ? ਦੁਨੀਆ ਉੱਤੇ ਤਿਆਗੀ ਬੜੇ ਹੋਏ ਨੇ, ਅੱਜ ਵੀ ਬੜੇ ਨੇ। ਕਹਿੰਦੇ ਅਸੀਂ ਹੱਥ ਨਹੀਂ ਲਾਉਂਦੇ, ਜੇਬ ਵਿੱਚ ਪਾ ਦਿਓ। ਇਹ ਤਿਆਗ ਨਹੀਂ ਹੈ। ਸੋ ਸਾਧ ਸਿੰਘ ਜੀ ਬੜੇ ਨੇ, ਕਹਿੰਦੇ ਸਾਨੂੰ ਚੈੱਕ ਦੇ ਦਿਓ, ਅਸੀਂ ਮਾਇਆ ਨੂੰ ਤਾਂ ਹੱਥ ਨਹੀਂ ਲਾਉਂਦੇ, ਸਾਡੇ ਅਕਾਊਂਟ 'ਚ ਪਾ ਦਿਓ, ਅਸੀਂ ਮਾਇਆ ਲੈਂਦੇ ਨਹੀਂ ਹੁੰਦੇ।
ਉਹ ਤਾਂ ਐਵੇਂ ਵੀ ਕੰਨ ਫੜਨਾ, ਸਿੱਧੇ ਹੱਥ ਨਾਲ ਫੜ ਲਓ, ਭਾਵੇਂ ਪਿਛਲੇ ਪਾਸੇ ਘੁਮਾ ਕੇ ਫੜ ਲਓ, ਗੱਲ ਤਾਂ ਮਾਇਆ ਨਾਲ ਹੀ। ਕੋਈ ਮਾਇਆ ਮਾੜੀ ਚੀਜ਼ ਨਹੀਂ ਹੈ। ਆ ਵੀ ਮਾਇਆ ਹੀ ਹੈ ਜਿਹਦੇ ਨਾਲ ਪੰਡਾਲ ਸਜੇ ਨੇ, ਆ ਵੀ ਮਾਇਆ ਜਿਹਦੇ ਨਾਲ ਲੰਗਰ ਚੱਲ ਰਿਹਾ, ਇਹ ਵੀ ਮਾਇਆ ਹੀ ਹੈ। ਜਿਹੜੀ ਗਰੀਬਾਂ ਦੀ ਲੋੜਾਂ ਤੇ ਲੱਗਦੀ ਹੈ, ਪਰਉਪਕਾਰ ਤੇ ਲੱਗਦੀ ਹੈ, ਉਹ ਵੀ ਮਾਇਆ ਹੀ ਹੈ ਸਾਧ ਸੰਗਤ ਜੀ। ਉਹ ਵੀ ਮਾਇਆ ਜਿਹੜੀ ਨਸ਼ਿਆਂ ਤੇ, ਸ਼ਰਾਬਾਂ ਤੇ, ਪੱਬਾਂ ਤੇ, ਕਲੱਬਾਂ ਤੇ, ਪਾਪ ਕਰਮਾਂ ਤੇ ਲੱਗਦੀ ਹੈ। ਉਹ ਮਾਇਆ ਨਰਕ ਦਾ ਕਾਰਨ ਬਣਦੀ ਹੈ, ਤੇ ਆਹ ਮਾਇਆ ਪਰਮਾਤਮਾ ਨੂੰ ਮਿਲਾਉਣ ਵਿੱਚ ਸਹਾਇਕ ਹੁੰਦੀ ਹੈ। ਇੱਕ ਕਬੀਰ ਜੀ ਦਾ ਸ਼ਲੋਕ ਹੈ, ਬਾਣੀ 'ਚ ਨਹੀਂ ਹੈ, ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਉਹ ਸ਼ਲੋਕ। ਭਗਤ ਕਬੀਰ ਜੀ ਦੀ ਬਾਣੀ ਹੈ ਜਿਹੜੀ, ਉਹ ਗਰੀਬ ਦਾਸੀਆਂ ਕੋਲ ਹੈ। ਤੇ ਉਸ ਗ੍ਰੰਥ ਦਾ ਆਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੀ ਵੱਡਾ ਹੈ। ਭਾਵ ਕਿ ਕਬੀਰ ਜੀ ਦੀ ਬਾਣੀ ਬਾਹਰ ਵੀ ਬਹੁਤ ਹੈ। ਕਬੀਰ ਜੀ ਕਹਿੰਦੇ, ਮਾਇਆ ਦੋਏ ਕਿਸਮ ਕੀ, ਦੋਏ ਚਲਾਏ ਰਾਹ, ਇੱਕ ਮਿਲਾਵੇ ਰਾਮ ਨੂੰ, ਇੱਕ ਨਰਕ ਲੈ ਜਾਏ। ਕਹਿੰਦੇ ਮਾਇਆ ਦੋ ਤਰ੍ਹਾਂ ਦੀ, ਇੱਕ ਰੱਬ ਨੂੰ ਵੀ ਮਿਲਾ ਦਿੰਦੀ, ਇੱਕ ਨਰਕਾਂ ਨੂੰ ਵੀ ਲੈ ਜਾਂਦੀ। ਮਾਇਆ ਮਾੜੀ ਨਹੀਂ ਹੈ, ਪਰ ਕਹਿਣਾ ਮੈਂ ਲੈਂਦਾ ਨਹੀਂ, ਮੇਰੀ ਜੇਬ 'ਚ ਪਾ ਦਿਓ, ਇਹ ਪਖੰਡ ਹੈ। ਪਖੰਡ ਨਹੀਂ ਗੁਰੂ ਨਾਨਕ ਦੇ ਘਰ 'ਚ ਆਖਿਆ। ਜੇ ਗੋਲਕ ਰੱਖੀਏ ਤਾਂ ਲੰਗਰ ਵੀ ਚੱਲ ਰਿਹਾ, ਪਰਉਪਕਾਰ ਵੀ ਹੋ ਰਿਹਾ। ਦੁਨੀਆ ਤੇ ਬੜੇ ਤਿਆਗੀ ਨੇ, ਪਰ ਕਲਗੀਧਰ ਪਾਤਸ਼ਾਹ ਵਰਗਾ ਦੁਨੀਆ ਉੱਤੇ ਤਿਆਗੀ ਨਹੀਂ ਹੋਇਆ ਕੋਈ। ਜੇ ਪਟਨਾ ਸਾਹਿਬ ਛੱਡ ਕੇ ਆ ਗਏ, ਮੁੜ ਕੇ ਪਟਨਾ ਸਾਹਿਬ ਨਹੀਂ ਗਏ ਮਹਾਰਾਜ। ਜੇ ਆਨੰਦਪੁਰੀ ਛੱਡ ਕੇ ਤੁਰੇ, ਮੁੜ ਕੇ ਆਨੰਦਪੁਰ ਸਾਹਿਬ ਨਹੀਂ ਆਏ। ਜੇ ਗੜੀ ਚਮਕੌਰ ਤੋਂ ਨਿਕਲੇ, ਮੁੜ ਕੇ ਗੜੀ ਚਮਕੌਰ ਕਦੀ ਨਹੀਂ ਆਏ। ਸਾਧ ਸੰਗਤ ਜੀ, ਜੇ ਦਮਦਮਾ ਸਾਹਿਬ ਤੋਂ ਚੱਲੇ, ਫਿਰ ਮੁੜ ਕੇ ਦਮਦਮਾ ਸਾਹਿਬ ਨਹੀਂ ਆਏ। ਬੜੇ ਤਿਆਗੀ ਦੁਨੀਆ 'ਚ ਹੋਣਗੇ। ਸੋ ਸਾਧ ਸੰਗਤ ਜੀ, ਦੁਨੀਆ ਉੱਤੇ ਤੀਰ ਅੰਦਾਜ਼ ਬੜੇ ਹੋਏ ਨੇ। ਬੜੇ ਲੋਕੀ ਅਰਜਨ ਦਾ ਪ੍ਰਮਾਣ ਦਿੰਦੇ ਆ ਕਿ ਅਰਜਨ ਵਰਗਾ ਦੁਆਪਰ ਯੁੱਗ ਵਿੱਚ ਤੀਰ ਅੰਦਾਜ਼ ਨਹੀਂ ਸੀ, ਕੋਈ ਸ਼ੰਕਾ ਨਹੀਂ ਇਹਦੇ 'ਚ। ਪਰ ਇਹ ਵੀ ਸਿਆਣਿਆਂ ਤੋਂ ਗੱਲਾਂ ਸੁਣੀਆਂ ਨੇ, ਸਮਾਂ ਸਮਰੱਥ, ਉਹੀ ਅਰਜਨ ਦੇ ਬਾਣ, ਉਹੀ ਅਰਜਨ ਦੇ ਹੱਥ। ਜਦੋਂ ਭੀਲਾਂ ਨੇ ਕਮਾਨ ਹੀ ਖੋਲਿਆ ਉਹਦੇ ਤੋਂ, ਭੀਲ ਜਾਤੀ ਨੇ, ਉਹੀ ਅਰਜਨ ਸੀ ਜਦੋਂ ਕਮਾਨ ਖੋਹ ਲਿਆ ਸੀ ਭੀਲਾਂ ਨੇ ਉਹਦੇ ਕੋਲੋਂ। ਪਰ ਕਲਗੀਧਰ ਪਾਤਸ਼ਾਹ ਦੁਸਹਿਰੇ ਦਾ ਦਿਨ ਹੈ ਤੇ ਸ਼ਾਸਤਰ ਸਜਾ ਕੇ ਰੱਖੇ ਨੇ। ਗੁਰੂ ਘਰ 'ਚ ਬਾਣੀ ਦੀ, ਗ੍ਰੰਥ ਦੀ ਤੇ ਸ਼ਾਸਤਰ ਦੀ ਪੂਜਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਾਂ ਹੀ ਸ਼ਾਸਤਰ ਸਜਾਏ ਜਾਂਦੇ ਆ। ਖਾਲਸਾ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਜਾਂ ਸ਼ਾਸਤਰ ਨੂੰ ਮੱਥਾ ਟੇਕਦਾ। ਤੇ ਜਿਹੜੀ ਕੌਮ ਸ਼ਾਸਤਰ ਨੂੰ ਭੁੱਲ ਜਾਏ, ਦੁਨੀਆ ਤੋਂ ਖੱਜਲ ਖੁਆਰ ਖਤਮ ਹੋ ਜਾਂਦੀ ਹੈ। ਜਿਹੜੀ ਕੌਮ ਸ਼ਾਸਤਰ ਨਾਲ ਪਿਆਰ ਕਰਦੀ ਹੈ, ਉਹ ਕੌਮ ਕਦੇ ਮਾਰ ਨਹੀਂ ਖਾਂਦੀ। ਸਾਧ ਸੰਗਤ ਜੀ, ਸ਼ਾਸਤਰ ਕੇ ਅਧੀਨ ਹੈ ਰਾਜ। ਇਸ ਕਰਕੇ ਮਹਾਰਾਜ ਨੇ ਆਖਿਆ, ਸ਼ਾਸਤਰ ਵਿਹੂਣ ਕਬੂ ਨਾ ਹੋਏ। ਘੱਟ ਤੋਂ ਘੱਟ ਗਾਤਰੇ ਵਾਲੀ ਕਿਰਪਾਨ ਪਾ ਕੇ ਰੱਖਣੀ। ਵੱਧ ਤੋਂ ਵੱਧ ਜੈਸਾ ਸਮਾਂ ਹੋਵੇ, ਉਸਾ ਸ਼ਾਸਤਰ ਵਰਤ ਲੈਣਾ। ਸੋ ਸਾਧ ਸੰਗਤ ਜੀ, ਦੁਨੀਆ ਉੱਤੇ ਪਠਾਨ ਕੌਮ ਅੱਜ ਵੀ ਹੈ। ਉਹ ਪਠਾਨ ਕੌਮ ਕਿਸੇ ਅੱਗੇ ਝੁਕੀ ਨਹੀਂ। ਪਠਾਨ ਕੌਮ ਕਿਸੇ ਅੱਗੇ ਝੁਕੀ ਨਹੀਂ ਕਦੇ। ਕਾਰਨ ਕੀ ਹੈ? ਜਦੋਂ ਪਠਾਨ ਦੇ ਘਰ ਬੱਚਾ ਪੈਦਾ ਹੁੰਦਾ ਹੈ, ਕੁਛ ਦਿਨਾਂ ਦਾ ਹੁੰਦਾ ਹੈ, ਤਾਂ ਕਿਰਪਾਨ ਦੀ ਨੋਕ ਤੇ ਚਾੜ ਕੇ 3 ਬੂੰਦਾਂ ਉਹਦੇ ਮੂੰਹ 'ਚ ਪਾਈਆਂ ਜਾਂਦੀਆਂ। ਸ਼ਾਸਤਰ, ਪਠਾਨ ਦੇ ਬੱਚੇ ਨੂੰ ਸ਼ਾਸਤਰ ਦੀ ਗੁੜਤੀ ਦਿੱਤੀ ਜਾਂਦੀ ਹੈ। ਜਿਸ ਕੌਮ ਦੇ ਬੱਚਿਆਂ ਨੂੰ ਸ਼ਾਸਤਰ ਦੀ ਗੁੜਤੀ ਦਿੱਤੀ ਜਾਏ, ਉਹ ਕਦੇ ਝੁਕਦੇ ਹੀ ਨਹੀਂ ਕਦੇ ਕਿਸੇ ਦੇ ਅੱਗੇ।
ਤੇ ਸਿੱਖ ਧਰਮ ਦੀ ਮਰਿਆਦਾ ਹੈ, ਜਦ ਬੱਚਾ ਕੁਛ ਦਿਨਾਂ ਦਾ ਹੋਵੇ ਕਿਸੇ ਗੁਰਮੁਖ ਨੂੰ ਬਾਬਾ ਗ੍ਰੰਥੀ ਜੀ ਨੂੰ ਬੁਲਾਉਣਾ, ਛੋਟੇ ਬਾਟੇ 'ਚ ਜਲ ਪਾ ਕੇ ਪਤਾਸੇ ਕਿਰਪਾਨ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ, 6 ਪੌੜੀਆਂ ਆਨੰਦ ਸਾਹਿਬ ਅਰਦਾਸ ਕਰਕੇ ਕਿਰਪਾਨ ਦੀ ਨੋਕ ਤੇ ਚਾੜ ਕੇ ਬੂੰਦ ਬੱਚੇ ਦੇ ਮੂੰਹ 'ਚ ਪਾਉਣੀ ਹੈ ਤੇ ਫਿਰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਬੂੰਦਾਂ ਪਾਉਣੀਆਂ। ਸਿੱਖ ਦੇ ਬੱਚੇ ਨੂੰ ਬਾਣੀ ਦੀ ਤੇ ਸ਼ਾਸਤਰ ਦੀ ਗੁੜਤੀ ਦੇਣੀ ਹੈ। ਅਸੀਂ ਕਿਸੇ ਬਜ਼ੁਰਗ ਦੇ ਮੂੰਹ ਨੂੰ ਲਾ ਕੇ ਗੁੜ ਬੱਚੇ ਦੇ ਮੂੰਹ 'ਚ, ਉਹ ਵੀ ਸਾਰੀ ਉਮਰ ਖੰਘਦਾ ਰਿਹਾ, ਤੂੰ ਵੀ ਖੰਗੀ ਜਾਈਂ ਸਾਰੀ ਉਮਰ। ਉਹ ਤੋਂ ਕੋਈ ਮਾੜਾ ਕੰਮ ਹੋ ਜਾਣਾ, ਗੁੜਤੀ ਵਾਲੇ ਨੂੰ ਗਾਲਾਂ ਕੱਢੀਆਂ, ਉਹ ਫਲਾਣਾ ਲੈ ਮਰ ਗਿਆ, ਇਹਨੂੰ ਲੈ ਮਰਿਆ। ਸੱਚੇ ਪਾਤਸ਼ਾਹ ਨੇ ਮਰਿਆਦਾ ਬਣਾ ਦਿੱਤੀ ਹੈ ਕਿ ਸਿੱਖ ਦੇ ਬੱਚੇ ਨੂੰ ਬਾਣੀ ਤੇ ਉੱਧਰ ਸ਼ਾਸਤਰ ਦੀ ਕੱਲੀ ਹੈ ਗੁੜਤੀ, ਇੱਧਰ ਬਾਣੀ ਤੇ ਸ਼ਾਸਤਰ ਦੀ ਗੁੜਤੀ ਦੇਣੀ ਹੈ। ਸਿਰ ਕੱਟਿਆ ਜਾਏਗਾ, ਕਿਸੇ ਜ਼ਾਲਮ ਅੱਗੇ ਨਹੀਂ ਝੁਕੇਗਾ। ਸਾਧ ਸੰਗਤ ਬਸ ਇੱਕੋ ਹੀ ਗੱਲ ਹੈ, ਝੁਕ ਜਾਓ ਤਾਂ ਸਭ ਕੁਝ ਮਿਲ ਜਾਏਗਾ, ਨਹੀਂ ਝੁਕੋਗੇ ਤਾਂ ਫਿਰ ਝੁਕਣਾ ਨਹੀਂ, ਕੱਟੇ ਜਾ ਸਕਦੇ ਨੇ। ਬੜੇ ਲੋਕ ਝੁਕਦੇ ਨੇ, ਵਿਕਦੇ ਨੇ। ਕਿਸੇ ਨੇ ਪੁੱਛਿਆ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਕਿਉਂ ਵਿਕਦੀਆਂ ਨੇ? ਉਹ ਕਹਿੰਦੇ ਜਿਹੜੇ ਵਿਕ ਜਾਂਦੇ ਨੇ ਉਹਨਾਂ ਦੀਆਂ ਫੋਟੋਆਂ ਨਹੀਂ ਵਿਕਦੀਆਂ, ਜਿਹੜੇ ਵਿਕਦੇ ਨਹੀਂ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਹੁੰਦੀਆਂ। ਆਪਣੇ ਇਲਾਕੇ ਦੇ ਚੇਅਰਮੈਨ ਸਾਹਿਬ ਵੀ ਬੈਠੇ ਆ, ਥੋੜ੍ਹੀਆਂ ਥੋੜ੍ਹੀਆਂ ਗੱਲਾਂ ਤੇ ਲੋਕ ਵਿਕਦੇ ਦੇਖੇ ਸਾਧ ਸੰਗਤ, ਥੋੜ੍ਹੀਆਂ ਥੋੜ੍ਹੀਆਂ ਗੱਲਾਂ ਤੇ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਦੁਨੀਆ ਤੇ ਤੀਰ ਅੰਦਾਜ਼ ਨਹੀਂ ਹੋਇਆ ਕੋਈ। ਗੜੀ ਆਨੰਦਪੁਰ ਸਾਹਿਬ 8 ਮਹੀਨਿਆਂ ਦਾ ਘੇਰਾ ਪਿਆ, 10 ਲੱਖ ਫੌਜ, 2 ਮੀਲ ਤੇ ਸੂਬੇ ਤੰਬੂ ਦੇ ਵਿੱਚ ਸਕੀਮਾਂ ਬਣਾ ਰਹੇ ਨੇ। ਕਲਗੀਧਰ ਪਾਤਸ਼ਾਹ ਚੜ੍ਹਦੇ ਚਿੱਲੇ 'ਚ ਤੀਰ, ਕੰਨ ਤੱਕ ਖਿੱਚ ਕੇ ਛੱਡਦੇ, ਤੰਬੂ 'ਚ ਮਾਰਿਆ ਤੀਰ। ਉਹਨਾਂ ਨੂੰ ਸੁਚੇਤ ਕੀਤਾ। ਦੂਜਾ ਤੀਰ ਮਾਰਿਆ ਵਜ਼ੀਰ ਖਾਨ ਦੇ ਪਲੰਗ ਦੇ ਪਾ ਵਿੱਚ, ਆਨੰਦਪੁਰ ਸਾਹਿਬ ਦੇ ਕਿਲੇ ਤੋਂ 2 ਕਿਲੋਮੀਟਰ ਤੇ। ਬੜੇ ਜ਼ੋਰ ਨਾਲ ਕਿਲੇ 'ਚ ਪੱਟਿਆ, ਪਾਵੇ 'ਚੋਂ ਪੱਟਿਆ ਤੀਰ, ਚਿੱਠੀ ਪਰੋਈ ਹੋਈ ਹੈ। ਵਜ਼ੀਰ ਖਾਂ ਕਹਿੰਦਾ ਕਲਗੀਧਰ ਪਾਤਸ਼ਾਹ ਦਾ ਤੀਰ ਹੈ, ਜਿਹਦੀ ਟੋਪੀ ਤੇ 1.25 ਤੋਲਾ ਸੋਨਾ ਲੱਗਿਆ ਹੋਇਆ। ਸੱਚੇ ਪਾਤਸ਼ਾਹ ਦੇ ਹਰ ਇੱਕ ਤੀਰ ਉੱਤੇ 1.25 ਤੋਲਾ ਸੋਨਾ ਲੱਗਿਆ ਹੁੰਦਾ। ਜਿੱਥੇ ਤੀਰ ਮਾਰ ਕੇ ਮੁਕਤੀ ਦਿੰਦੇ ਸੀ, ਉੱਥੇ ਉਹਦੇ ਕਿਰਿਆ ਦਾ ਵੀ ਪ੍ਰਬੰਧ ਕਰ ਦਿੰਦੇ ਸੀ। ਮਾਰਦਾ ਨਹੀਂ ਗੁਰੂ, ਅਮਰ ਕਰਦਾ, ਮੁਕਤ ਕਰਦਾ। ਗੁਰੂ ਮਾਰਦਾ ਨਹੀਂ ਕਿਸੇ ਨੂੰ, ਤੀਰ ਮਾਰ ਕੇ ਮੁਕਤ ਕਰ ਦਿੰਦੇ ਸੀ ਤੇ ਨਾਲ 1.25 ਤੋਲਾ ਸੋਨਾ, ਇਹਦੀ ਕਿਰਿਆ ਦਾ ਵੀ ਪ੍ਰਬੰਧ ਕਰ ਦਿੰਦੇ। ਵਜ਼ੀਰ ਖਾਂ ਕਹਿੰਦਾ ਗੁਰੂ ਕਰਾਮਾਤੀ ਹੈ। ਫਿਰ ਦੂਜਾ ਤੀਰ ਚਾੜਿਆ, ਉਹਦੇ ਸਿਰ ਦੇ ਟੋਪ 'ਚ ਮਾਰਿਆ ਮਾਰਨੇ। ਮਹਾਰਾਜ ਕਹਿੰਦੇ ਵਜ਼ੀਰ ਖਾਂ ਕਰਾਮਾਤ ਨਹੀਂ, ਇਹ ਕਲਾ ਹੈ, ਸ਼ਾਸਤਰ ਕਲਾ। ਜੇ ਕਰਾਮਾਤ ਵਰਤਣੀ ਹੁੰਦੀ ਫਿਰ ਆਨੰਦਪੁਰ ਸਾਹਿਬ ਸਾਰੀਆਂ ਸਮਾਪਤੀਆਂ ਕਰ ਦੇਣੀਆਂ ਸੀ ਮਹਾਰਾਜ ਨੇ। ਏਡੇ ਤੀਰ ਅੰਦਾਜ਼ ਨੇ ਮਹਾਰਾਜ। ਜਿਹੜਾ ਕਮਾਨ ਕਲਗੀਧਰ ਪਾਤਸ਼ਾਹ ਚਲਾਉਂਦੇ ਨੇ, ਦੁਨੀਆ ਦਾ ਸੂਰਮਾ ਨੂੰ ਕੋਈ ਚਲਾ ਨਹੀਂ ਸਕਿਆ। ਵੱਧ ਤੋਂ ਵੱਧ ਜਿਹੜਾ ਸੂਰਮਾ ਹੈ ਉਹ 2 ਟਾਂਕ ਦਾ ਕਮਾਨ ਚਲਾਉਂਦਾ ਹੈ। 2 ਟਾਂਕ ਬਾਂਸ ਚੀਰ ਕੇ ਉਹਦੇ ਸਿਰ ਤੇ ਕਿੱਲ ਗੱਡ ਕੇ ਉਹਦੇ ਨਾਲ 18 ਸੇਰ ਭਾਰ ਬੰਨੀਏ ਤੇ ਉਹ ਬਾਂਸ ਇਸ ਤਰ੍ਹਾਂ ਇਕੱਠਾ ਹੋ ਜਾ, ਉਹਨੂੰ 1 ਟਾਂਕ ਕਹਿੰਦੇ ਨੇ। ਤੇ ਜੇ 36 ਕਿਲੋ ਭਾਰ ਕੱਚੇ 2 ਮਣ ਬਣ ਜਾਂਦੇ ਆ। ਤੇ 2 ਟਾਂਕ ਦਾ ਕਮਾਨ ਹੁੰਦਾ ਸੀ, ਵੱਡੇ ਤੋਂ ਵੱਡੇ ਸੂਰਮੇ ਦਾ, ਖਿੱਚ ਕੇ ਉਹਨੂੰ ਇਕੱਠਾ ਕਰਨਾ। ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ 8 ਟਾਂਕ ਦਾ ਕਮਾਨ ਹੁੰਦਾ ਸੀ।
ਜਿਹੜਾ ਵੱਡੇ ਤੋਂ ਵੱਡਾ ਚੈਂਪੀਅਨ 8 ਮਨ ਭਰ ਦਾ ਬਾਲਾ ਕੱਢ ਸਕਦਾ ਹੋਵੇ, ਉਹ ਕਲਗੀਧਰ ਪਾਤਸ਼ਾਹ ਦੇ ਕਮਾਨ ਨੂੰ ਖਿੱਚ ਕੇ ਇਕੱਠਾ ਕਰ ਸਕਦਾ ਸੀ। ਸਾਧ ਸੰਗਤ ਜੀ ਐਵੇਂ ਨਹੀਂ ਸੀ ਭਾਜੜਾਂ ਪੈਂਦੀਆਂ, ਜਿੱਦਣ ਨੂੰ ਮਾਰ ਛੱਡਦੇ ਸੀ ਨਾ ਤੀਰ 70 ਵਿੱਚ ਜਾਂਦੇ ਸੀ, ਹਾਥੀਆਂ ਦੇ ਵਿੱਚੋਂ ਚੀਰ ਕੇ ਲੰਘ ਜਾਂਦਾ ਸੀ ਮਹਾਰਾਜ ਦਾ ਤੀਰ। 10 ਕਿਲੋਮੀਟਰ ਤੱਕ ਚਲਿਆ ਜਾਂਦਾ ਸੀ ਕਮਾਨ ਚੋਂ ਛੱਡਿਆ। ਤੁਸੀਂ ਪੁੱਛੋਗੇ ਤੁਹਾਡੇ ਕੋਲ ਕੀ ਪ੍ਰਮਾਣ ਹੈ, ਕਿਉਂਕਿ ਆ ਕਿਤਾਬੀਆਂ ਜੀਆਂ ਪੜ੍ਹ ਗਏ ਨਾ ਅੱਜ ਕੱਲ੍ਹ, ਆ ਜਿਹੜਾ ਯੂਥ ਮਹਿਕਮਾ ਕਿਵੇਂ ਹੁੰਦਾ ਜੀ, ਕਿਵੇਂ ਹੁੰਦਾ ਜੀ, ਕਿਉਂ ਹੁੰਦਾ ਜੀ, ਕਿਸ ਤਰ੍ਹਾਂ ਹੁੰਦਾ ਜੀ, ਹਰ ਗੱਲ ਤੇ ਨੁਕਤਾਚੀਨੀ, ਹਰ ਗੱਲ ਤੇ ਕ੍ਰਿਟੀਸਾਈਜ਼ ਆ, ਤਾਂ ਹੀ ਫਾਹਾ ਲੈ ਲੈ ਕੇ ਮਰਦੇ ਫਿਰਦੇ ਆ ਪੜ੍ਹੇ ਲਿਖੇ ਜਿਹੜੇ, ਆਪਣੇ ਪਿਓ ਤੇ ਵੀ ਕਿੰਤੂ ਕਰੀ ਜਾਂਦੇ ਆ। ਚਲੋ ਧਰਮ ਗ੍ਰੰਥਾਂ ਦੇ ਬਾਣੀ ਤੇ ਗੁਰੂ ਤੇ ਕਰਨਾ ਹੀ, ਆਪਣੇ ਮਾਂ ਪਿਓ ਤੇ ਕਿੰਤੂ ਕਰੀ ਜਾਂਦੇ ਆ। ਇਹ ਪੁਰਾਣੀਆਂ ਗੱਲਾਂ ਕਰਦੇ, ਇਹਨਾਂ ਨੂੰ ਕੀ ਪਤਾ ਹੁਣ ਪਿਛਲੀਆਂ। ਤੁਸੀਂ ਨਵੇਂ ਜੰਮੇ ਹੋ, ਇਹਨਾਂ ਦਾ 80 ਸਾਲ ਦਾ ਤਜਰਬਾ ਹੈ, ਇਹਨਾਂ ਨੂੰ ਪਤਾ ਥੋੜ੍ਹੇ 'ਚ ਕਿਵੇਂ ਸੁਖੀ ਰਹੀਦਾ ਹੁੰਦਾ ਹੈ। ਔਰ ਤੁਸੀਂ ਬਹੁਤੇ 'ਚ ਰੋ ਰੋ ਕੇ ਰਾਤਾਂ ਕੱਟਦੇ ਹੋ, ਇਹਨਾਂ ਨੇ ਕੱਚੇ ਕੋਠਿਆਂ 'ਚ ਆਨੰਦ ਨਾਲ ਜੀਵਨ ਗੁਜ਼ਾਰਿਆ ਹੋਇਆ। ਤੁਹਾਡੇ ਤੋਂ ਇੱਕ ਬੱਚਾ ਨਹੀਂ ਸਾਂਭਿਆ ਜਾਂਦਾ, ਇਹਨਾਂ ਨੇ ਟੱਬਰ ਪਾਲਿਆ, 4-5 ਲੜਕੇ, 2-3 ਧੀਆਂ, ਮਾਂ ਪਿਓ, 8-10 ਜੀ, ਤੇ ਪੜ੍ਹੇ ਲਿਖੇ ਜੀ ਕਾਕਾ ਇੱਕ ਹੀ ਹੈ, 1.25 ਲੱਖ ਹੀ ਹੈ। ਹੁਣ ਆਪਾਂ ਨੂੰ ਖਤਮ ਥੋੜ੍ਹਾ ਕਿਸੇ ਨੇ ਕਰਨਾ ਹੈ, ਆਪਾਂ ਡੰਡੀ ਉਹੀ ਫੜ ਲਈ ਖਤਮ ਹੋਣ ਵਾਲੀ। ਜਦੋਂ 4-5 ਹੁੰਦੇ ਸੀ ਭੁੱਖੇ ਨਹੀਂ ਸੀ ਮਰੇ, ਆ ਇੱਕ ਹੁਣ ਵੀ ਕਿਹੜਾ ਤਖਤ ਤੇ ਬੈਠੇ, ਜਿਹਨੂੰ ਪੁੱਛੋ ਰੋਂਦਾ ਹੀ ਫਿਰਦਾ ਉਹ। ਹੁਣ ਖਤਮ ਨਹੀਂ ਕਰਨਾ ਆਪਾਂ ਨੂੰ ਕਿਸੇ ਨੇ, ਆਪਾਂ ਆਪ ਹੀ ਉਧਰ ਤੁਰ ਪਿਆ। ਹੁਣ ਕਿਹੜਾ ਪੰਥ ਦੀ ਸੇਵਾ ਕਰਨ ਜਾਏਗਾ, ਕਿਹੜਾ ਟਕਸਾਲਾਂ 'ਚ ਵਿੱਦਿਆ ਪੜ੍ਹਨ ਜਾਏਗਾ, ਕਿੰਨੇ ਸ਼ਹੀਦੀਆਂ ਦੇਣੀਆਂ। ਸਾਧ ਸੰਗਤ ਜੀ ਆਪਾਂ ਬਹੁਤੇ ਪੜ੍ਹੇ ਨਹੀਂ, ਬੇਸਮਝ ਜਾਦੇ ਹਾਂ ਆਪਾਂ। ਪੜ੍ਹਨਾ ਚੰਗੀ ਗੱਲ ਹੈ, ਕੱਢਣਾ ਮਾੜੀ ਗੱਲ ਹੈ। ਲਿਖ ਪੜ੍ਹਿਆ ਤੇਤਾ ਕੜਿਆ, ਕਿਸੇ ਬਜ਼ੁਰਗ ਦੇ ਆਖੇ ਨਹੀਂ ਲੱਗਣਾ, ਕਿਸੇ ਮਾਂ ਪਿਓ ਦੇ ਆਖੇ ਨਹੀਂ ਲੱਗਣਾ, ਕਿਸੇ ਦਾ ਸਤਿਕਾਰ ਨਹੀਂ, ਕਿਸੇ ਧਾਰਮ ਗ੍ਰੰਥ ਦੀ ਨਹੀਂ ਮੰਨਣੀ। ਅਸੀਂ ਪੜ੍ਹੇ ਹੋਏ ਹਾਂ ਜੀ, ਬੜੀ ਚੰਗੀ ਗੱਲ ਹੈ ਪੜ੍ਹਨਾ। ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਬਣ, ਹੰਕਾਰੀ ਨਾ ਬਣ। ਸੋ ਆਪਣੇ ਤਖਤਾਂ ਦੇ ਸਿੰਘ ਸਾਹਿਬਾਨ ਆਪਣੇ ਪੰਥ ਦੀ ਸ਼ਾਨ ਸੱਚੇ ਪਾਤਸ਼ਾਹ ਦੇ ਦਰਬਾਰ ਪਹੁੰਚਿਆ। ਭਾਈ ਸਾਹਿਬ ਸਿੰਘ ਸਾਹਿਬ, ਭਾਈ ਬਲਜੀਤ ਸਿੰਘ ਜੀ, ਸੰਗਤਾਂ ਦੇ ਪ੍ਰੇਮ ਸਦਕਾ, ਮਹਾਂਪੁਰਸ਼ਾਂ ਦੇ ਪ੍ਰੇਮ ਸਦਕਾ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਪਹੁੰਚਿਆ। ਜੈਕਾਰਾ ਛੱਡੋ। ਹਰ ਗੱਲ ਤੇ ਕਿੰਤੂ ਕਰੀ ਜਾਣਾ, ਕਿਵੇਂ ਹੁੰਦਾ ਜੀ, ਕਿਉਂ ਹੁੰਦਾ ਜੀ, ਕਿਸ ਤਰ੍ਹਾਂ ਹੁੰਦਾ ਹੈ। ਕਲਗੀਧਰ ਪਾਤਸ਼ਾਹ ਦੇ ਕਮਾਨ 'ਚੋਂ ਛੱਡਿਆ ਤੀਰ 10 ਕਿਲੋਮੀਟਰ ਤੱਕ ਚਲਿਆ ਜਾਂਦਾ ਹੈ। ਦਿੱਲੀ ਦੇ ਪਰਲੇ ਪਾਸੇ ਮਹਾਰਾਜ ਖੜੇ ਨੇ ਦਮਦਮਾ ਸਾਹਿਬ, ਉੱਥੋਂ ਤੀਰ ਚਾੜ ਕੇ ਚਿੱਲੇ ਛੱਡਦੇ ਆ, ਲਾਲ ਕਿਲੇ 'ਚ ਆ ਕੇ ਡਿੱਗਦਾ। ਇੱਥੇ ਸੂਬੇ ਸ਼ਤਰੰਜ ਖੇਡ ਰਹੇ, ਤੀਰ ਸਾਹਿਬ ਗੁਰਦੁਆਰਾ ਲਾਲ ਕਿਲੇ ਦੇ ਵਿੱਚ। ਜਦੋਂ ਦੇਖਿਆ 1.25 ਤੋਲਾ ਟੋਪੀ ਤੇ ਸੋਨਾ ਲੱਗਿਆ, 10ਵੇਂ ਪਾਤਸ਼ਾਹ ਦਾ ਤੀਰ ਹੈ। ਸੋ ਸਾਧ ਸੰਗਤ ਜੀ, ਉਹਨਾਂ ਵਰਗਾ ਦੁਨੀਆ ਤੇ ਤੀਰ ਅੰਦਾਜ਼ ਨਹੀਂ ਹੋਇਆ ਕੋਈ। ਦੁਨੀਆ ਵਿੱਚ ਕਲਗੀਧਰ ਪਾਤਸ਼ਾਹ ਵਰਗਾ ਤੇਗ ਦਾ ਧਨੀ ਨਹੀਂ ਹੋਇਆ ਕੋਈ। ਸੋ ਸਾਧ ਸੰਗਤ ਜੀ, ਜੰਗ ਵਿੱਚ 14 ਜੰਗ ਕੀਤੇ ਕਲਗੀਧਰ ਪਾਤਸ਼ਾਹ ਨੇ, 4 ਜੰਗ 6ਵੇਂ ਪਾਤਸ਼ਾਹ ਮਹਾਰਾਜ ਨੇ। ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ, ਨਾ 6ਵੇਂ ਪਾਤਸ਼ਾਹ ਨਾ 10ਵੇਂ ਪਾਤਸ਼ਾਹ ਮਹਾਰਾਜ। ਜਿਹੜਾ ਚੜ੍ਹ ਕੇ ਆਇਆ ਉਹਨੂੰ ਲਾਹ ਕੇ ਘੱਲਿਆ, ਚੜ੍ਹਾਈ ਕਰਕੇ ਨਹੀਂ ਗਏ ਮਹਾਰਾਜ ਕਿਸੇ ਦੇ ਉੱਤੇ। ਇਹਨੂੰ ਕਹਿੰਦੇ ਨੇ ਕਾਨੂੰਨ ਦੇ ਮੁਤਾਬਕ ਆਪਣੀ ਸਵੈ ਰੱਖਿਆ। ਜਿਹੜਾ ਚੜ੍ਹ ਕੇ ਆ ਗਿਆ ਉਹਦੇ ਹੱਥ ਨਹੀਂ ਜੋੜਨੇ, ਤੇ ਚੜ੍ਹ ਕੇ ਜਾਣਾ ਨਹੀਂ ਕਿਸੇ ਦੇ ਉੱਤੇ। ਨਾ ਕਲਗੀਧਰ ਪਾਤਸ਼ਾਹ ਚੜ੍ਹਾਈ ਕਰਕੇ ਕਿਸੇ ਦੇ ਗਏ ਨੇ, ਤੇ ਨਾ 6ਵੇਂ ਪਾਤਸ਼ਾਹ ਮਹਾਰਾਜ। ਜਿਹੜਾ ਫਿਰ ਚੜ੍ਹ ਕੇ ਆਇਆ ਉਹ ਲਾਹ ਕੇ ਘੱਲਿਆ ਮਹਾਰਾਜ ਨੇ। ਡਰਨਾ ਨਹੀਂ ਤੇ ਡਰਾਉਣਾ ਨਹੀਂ ਕਿਸੇ ਨੂੰ, ਜ਼ੁਲਮ ਕਰਨਾ ਨਹੀਂ, ਜ਼ੁਲਮ ਬਰਦਾਸ਼ਤ ਨਹੀਂ ਕਰਨਾ।
सानू यही दस्सै भै काहू को देत नह नह भै मान ध्यान। इस करके ते कलगीधर पातशाह जंग विच कदे क्रोध विच नहीं आउंदे, मुस्कराउंदे रहिंदे ने। ते उहनूं कहंदे ने वार कर भलिया, ਉਹਦਾ ਵਾਰ ਡੱਕਦੇ ਨੇ, फिर एक होर वार कर। ਉਹ ਸੋਚਦੇ ਵੀ गुरु महाराज किड्डे भोले आ, मैं अपना तां ला के वार करना ते डक के कहंदे तैनूं तां वार ही नहीं करना आउंदा, वार इस तरह नहीं है, इस तरह करीदा हुंदा। तो डिगदा है, वो कहंदा हाय माँ, महाराज कहंदे माँ नहीं अल्लाह कहो, अल्लाह तेरी नियात हो जाएगी। पहला बेनती की गुरु मारदा नहीं किसी नूं साध संगत। उन्हां वर्गा दुनिया उत्ते तेग दा धनी नहीं होया कोई, उन्हां वर्गा दुनिया उत्ते जरनैल नहीं होया कोई साध संगत। बड़े जंग तुसी पढ़े सुने होणगे। एक पासे दो साहिबजादे 38 सिंह आप कलगीधर पातशाह, एक पासे 10 लाख फौज। सो साध संगत जी जिन्हां नाल जंग 3 दिन होया, फिर 3 सिंघां समेत चढ़दी कला च महाराज गढ़ी चमकौर चो वंगार के ललकार के निकल गए। दुनिया ते जरनैल बड़े होए आ साध संगत। दुनिया उत्ते राइटर बड़े होए ने, कलगीधर पातशाह वर्गा राइटर नहीं होया कोई, कलगीधर पातशाह वर्गा दुनिया उत्ते अनुभवी नहीं होया कोई साध संगत जी। एक सिंह आनंदपुर साहब दक्षिणी ओंकार की बाणी पढ़ रहा सी शाम नूं, ते बाणी विच पाठ आउंदा है करते की मित करता जाणै कै जाणै गुरसूरा। तो उन्हें पाठ किया करते की मित करता जाणै के जाणै गुरसूरा। एक लाम छड्ड गया। हुण बाणी दा भाव है भी करते दी गति नूं जां करता पुरख जाणदा जां फिर पूरा गुरु जाणदा। कै जाणै गुरसूरा, पूरा गुरु जाणदा। ते के दा मतलब यह है भी करते पुरख की गति नूं करता पुरख ते जाणदा, पूरा गुरु की जाणदा है। कोई लगा मात्र वाधू नहीं लगी हुई। वो लहदा गल आपां वेखीए जां ना वेखीए, क्यों टकसालां बनाउणियां पईयां कलगीधर पातशाह नूं, दमदमी टकसाल, अंमृतसर वाली टकसाल। अज आपां थोड़े ज़्यादा सियाणे हो गए हैं। सिखो सुनो सीखे मेरी बाणी, शुद्ध पढ़ो गुरु केरी। जिन्ना शुद्ध ध्यान नाल पढ़ोगे उन्नी कागरता ते आनंद वधी जाएगा। ते जदों भै डर ही खत्म हो गया, फिर मन तक नहीं जाएगी, गल तक ही रहेगा वो बाणी दा जिहड़ा उचारण। सो सिंघां ने बेनती की महाराज शुद्ध पाठ ते अर्थ बोध कराओ। फिर दमदमा साहिब भाई मनी सिंह जी नूं लखारी ला के एक ओंकार तो लैके 18 है 10-20 तक, क्योंकि पहले सरूप विच 9वें पातशाह की बाणी नहीं थां छड्डिया होया। 30 राग ने पहले सरूप दे विच। जैजावंती राग है जिहड़ा ये दमदमा साहिब दर्ज किया है कलगीधर पातशाह ने। 31 राग एक ओंकार तो लैके 18 है 10-20 तक अन्न भाव नाल बाणी उचारण की है महाराज। एक लगा मात्र का फर्क नहीं आया है। केड़ी केड़ी गल बयान करोगे। दुनिया ते दानी बड़े सुने ने, हीरिया दे दानी, सोने चांदी दे दानी, जमीन जायदादां दे दानी बड़े दुनिया च। पर दुनिया के इतिहास में जे पुत्रां दा दानी होया तो एक ही होया, जिन्हें एक नहीं दो नहीं 4 अपने प्राणा तो प्यारे पुत्र, भूआ दे पुत्र, मामे दे पुत्र, पिता वारिया माता वारी, अपना शरीर पंथ के लेखे लाया। इन्हां समागम मनाउण दा भाव की है
क्या ਜਿਹੜੀਆਂ ਅਸੀਂ ਸਰਦਾਰੀਆਂ ਭੋਗ ਰਹੇ ਹਾਂ, ਰਾਜ ਭੋਗ ਰਹੇ ਹਾਂ, ਇਹ ਕਿਹਨੇ ਦਿੱਤਾ ਹੈ? जिन की जात वर्ण कुल माही, सरदारी नहीं भई कताही, इन्हीं को सरदार बनाऊं, तबै गोबिंद सिंह नाम कहाऊं। आ जिहड़ियां साडे सिर ते दस्तारां बझियां ने, ये 5 मीटर कपड़ा नहीं, ये ताज है। ताज किहदे सिर ते हुंदा? बादशाह दे। मजदूरी करदा, सिर ते दस्तार है, सरदार जी। सरदार दा अर्थ है मालक। ਜਿਹੜੇ ਤੁਹਾਨੂੰ ਹੋਰ ਨਿਗਾਹ ਨਾਲ ਦੇਖਦੇ ਨੇ, ਜਦੋਂ ਬੁਲਾਉਣਗੇ ਸਰਦਾਰ ਜੀ ਵੀ ਤੂੰ ਸਾਡਾ ਮਾਲਕ, ਆਪ ਹੀ ਕਹਿ ਰਹੇ ਨੇ ਉਹ ਲਹਿਦਾ ਗੱਲ ਹੈ। ਅਸੀਂ ਉਹਨਾਂ ਨੂੰ ਭੁੱਲ ਜਾਈਏ, ਐਸ਼ੋ ਇਸ਼ਰ ਦੀ ਜ਼ਿੰਦਗੀ ਨੂੰ ਤਰਜੀਹ ਦਈਏ, ਪਰ ਜਿਹੜਾ ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁੱਲ ਜਾਏ ਉਹਨੂੰ ਕਿਰਤ ਕਣ ਕਹਿੰਦੇ ਨੇ। ਇਹ ਚੰਦ ਕੁ ਦਿਨਾਂ ਦੀ ਜ਼ਿੰਦਗੀ ਹੈ, ਸਦਾ ਨਹੀਂ ਇੱਥੇ ਕੋਈ ਰਿਹਾ। ਫਿਰ ਕਿਉਂ ਨਾ ਗੁਰੂ ਦੇ ਹੁਕਮ ਵਿੱਚ ਚੱਲ ਕੇ ਇਹਨੂੰ ਸਫਲਾ ਕਰੀਏ। ਅਸੀਂ ਉਸ ਗੁਰੂ ਦੇ ਸਿੰਘ ਹਾਂ ਜਿਹਦੇ ਵਰਗਾ ਦੁਨੀਆ 'ਤੇ ਨਹੀਂ ਹੋਇਆ ਤੇ ਨਾ ਅੱਗੇ ਹੋਏਗਾ। ਇਹ ਆਪਾਂ ਤਾਂ ਕਹਿੰਦੇ ਹਾਂ, ਇਹ ਤਾਂ ਹੋਰ ਧਰਮਾਂ ਨੇ ਵੀ ਆਖਿਆ। ਸਾਧ ਸੰਗਤ, ਸਾਡਾ ਸਮਾਂ ਸਮਾਪਤ ਹੈ, ਸਾਨੂੰ ਹੁਕਮ ਨਹੀਂ। ਜਦੋਂ ਟਾਈਮ ਹੋ ਜਾਏ ਫਿਰ 5-7 ਮਿੰਟ ਅੱਗੇ ਲਾਓ ਜਾਣ ਕੇ। ਉਹ ਸਿਆਣਾ ਬਖਤਾ ਨਹੀਂ ਹੁੰਦਾ, ਉਹ ਟਾਈਮ ਸਮਾਪਤੀ ਕਰੇ। ਸੈਕਟਰੀ ਵਾਸਤੇ 2 ਮਿੰਟ ਛੱਡ ਦੇਵੇ ਅੱਗੇ, ਫਿਰ ਸੈਕਟਰੀ ਦੀ ਮਰਜ਼ੀ ਹੈ, ਭਾਵੇਂ 15 ਮਿੰਟ ਲਾਏ, ਬੁਲਾਰੇ ਨੂੰ 10 ਮਿੰਟ ਤੇ ਆਪ 13 ਮਿੰਟ। ਟੂ ਦੀ ਪੁਆਇੰਟ। ਉਹ ਸਿਆਣਾ ਹੁੰਦਾ ਹੈ। ਬਖਤਾ ਆਪਣੇ ਟਾਈਮ ਛੱਡ ਦੇਵੇ 2 ਮਿੰਟ, ਉਹਨੂੰ ਸਿਆਣਾ ਕਹਿੰਦੇ ਨੇ। ਮੈਂ ਜੇ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਪਹਿਲਾਂ ਕੀ ਕਰਦਾ ਰਿਹਾ? ਪਹਿਲਾਂ ਹੀ ਕਹਿ ਲੈਣੀ ਸੀ, ਜਾਣ ਕੇ ਟਾਈਮ ਅੱਗੇ ਕਰ ਦੇਣ। ਗਨੀ ਖਾਂ ਨਬੀ ਖਾਂ ਮੁਸਲਮਾਨ ਵੀਰ ਹੋਏ, ਮਾਛੀਵਾੜੇ ਤੋਂ ਲੈ ਕੇ ਆਲਮਗੀਰ ਤੱਕ ਮਾਰ ਨੂੰ ਲੈ ਕੇ ਗਏ। ਕਥਾ ਲੰਬੇਰੀ ਹੈ, ਅਕਸਰ ਤੁਸੀਂ ਸੁਣਦੇ ਰਹਿੰਦੇ ਹੋ। ਸਟੇਜ ਉੱਤੇ ਬੜੇ ਸਿਆਣੇ ਸੂਝਵਾਨ ਸਿੰਘ ਸਾਹਿਬਾਨ ਬੈਠੇ ਹੈ ਸਾਰੇ। ਆਲਮਗੀਰ ਤੱਕ ਲੈ ਕੇ ਗਏ। ਮਾਰ ਕਹਿੰਦੇ ਜਾਓ ਗਨੀ ਖਾਂ ਨਬੀ ਖਾਂ। ਇਹ ਮਾਰ ਨੂੰ ਵਧੀਆ ਨਸਲ ਦੇ ਘੋੜੇ ਲਿਆ ਕੇ ਦਿੰਦੇ ਹੁੰਦੇ ਸੀ, ਸਦਾਗਰ ਸੀ, ਇਹ ਹੈਗੇ ਮੁਸਲਮਾਨ ਵੀਰ ਸੀ। ਮਹਾਰਾਜ ਸਾਡਾ ਚਿੱਤ ਨਹੀਂ ਕਰਦਾ ਹੁਣ ਆਪ ਜੀ ਨੂੰ ਛੱਡ ਕੇ ਜਾਈਏ, ਜਾਓ ਸਾਡਾ ਹੁਕਮ ਹੈ। ਹੁਕਮਨਾਮਾ ਲਿਖਦੇ ਨੇ ਮਹਾਰਾਜ ਆਪਣੇ ਹਸਤ ਕਮਲਾਂ ਨਾਲ। ਖਾਲਸਾ ਜੀ, ਗਨੀ ਖਾਂ ਨਬੀ ਖਾਂ ਮੇਰੇ ਲੀਕ ਪੁੱਤਰ ਨੇ। ਲੀਕ ਦਾ ਭਾਵ ਮੈਂ ਲਿਖ ਕੇ ਕਹਿਣਾ ਕਿ ਮੇਰੇ ਪੁੱਤਰ ਨੇ। ਲੀਕ ਮੈਂ ਲਿਖ ਕੇ ਕਹਿਣਾ ਗਨੀ ਖਾਂ ਨਬੀ ਖਾਂ ਮੇਰੇ ਲੀਕ ਪੁੱਤਰ ਨੇ। ਇਹਨਾਂ ਨੇ ਸੇਵਾ ਕਰਕੇ ਸਾਡੀਆਂ ਖੁਸ਼ੀਆਂ ਲਈਆਂ। ਜਿਹੜਾ ਇਹਨਾਂ ਦਾ ਸਤਿਕਾਰ ਪ੍ਰੇਮ ਕਰੇਗਾ, ਮੇਰੀਆਂ ਉਹਦੇ ਉੱਤੇ ਖੁਸ਼ੀਆਂ ਹੋਣਗੀਆਂ। ਥੱਲੇ ਮਹਾਰਾਜ ਆਪਣੇ ਦਸਤਖਤ ਕੀਤੇ ਹੈ। ਹੁਕਮਨਾਮਾ ਗਨੀ ਖਾਂ ਦੇ ਘਰ ਟੰਗਿਆ ਹੋਇਆ। ਛੋਟੀ ਜੀ ਧੀ ਹੈ ਗਨੀ ਖਾਂ ਦੀ। ਆਪਣੇ ਪਿਤਾ ਨੂੰ ਪੁੱਛਦੀ ਗਨੀ ਖਾਂ ਨੂੰ, ਅੱਬੂ ਜਾਨ। ਆਪਾਂ ਪਿਤਾ ਜੀ ਕਹਿੰਦੇ, ਉਹ ਅੱਬੂ ਜਾਨ ਕਹਿੰਦੇ। ਅੱਬੂ ਜਾਨ, ਆਹ ਕੀ ਲਿਖਿਆ ਹੋਇਆ? ਗਨੀ ਖਾਂ ਕਹਿੰਦਾ, ਧੰਨ ਕਲਗੀਧਰ ਪਾਤਸ਼ਾਹ ਦੇ ਹਸਤ ਕਮਲਾਂ ਨਾਲ ਹੁਕਮਨਾਮਾ ਲਿਖਿਆ ਉਹਨਾਂ ਨੇ। ਇਹ ਲਿਖਿਆ ਗਨੀ ਖਾਂ ਨਬੀ ਖਾਂ ਮੇਰੇ ਲੀਕ ਪੁੱਤਰ ਨੇ। ਮੈਂ ਲਿਖ ਕੇ ਕਹਿਣਾ ਮੇਰੇ ਪੁੱਤਰ ਨੇ। ਗਨੀ ਖਾਂ ਦੀ ਧੀ ਕਹਿੰਦੀ, ਤੁਸੀਂ ਪੁੱਤਰ ਹੋ 10ਵੇਂ ਪਾਤਸ਼ਾਹ ਦੇ? ਉਹ ਕਹਿੰਦੇ ਉਹਨਾਂ ਨੇ ਲਿਖ ਕੇ ਆਖੇ ਮੇਰੇ ਪੁੱਤਰ ਨੇ। ਤੁਸੀਂ ਪੁੱਤਰ ਹੋ ਤੇ ਮੈਂ ਕੀ ਲੱਗੀ ਫਿਰ 10ਵੇਂ ਪਾਤਸ਼ਾਹ ਦੀ? ਗਨੀ ਖਾਂ ਕਹਿੰਦਾ ਤੂੰ ਪੋਤਰੀ ਲੱਗੀ ਫਿਰ 10ਵੇਂ ਪਾਤਸ਼ਾਹ ਦੀ। ਤੇ ਗਨੀ ਖਾਂ ਦੀ ਧੀ ਨੱਚਦੀ ਹੈ ਵਿਹੜੇ 'ਚ, ਨੱਚ ਨੱਚ ਕੇ ਕਹਿੰਦੀ ਹੈ ਮੈਂ ਉਸ ਦਾਦੇ ਦੀ ਪੋਤਰੀ ਹਾਂ ਜਿਹਦੇ ਵਰਗਾ ਦੁਨੀਆ ਤੇ ਨਾ ਕੋਈ ਹੋਇਆ ਤੇ ਨਾ ਹੋਣਾ। ਬੜੇ ਦੁਨੀਆ ਤੇ ਗੁਰੂ ਹੋਏ ਨੇ, ਬੜੇ ਦੁਨੀਆ ਦੇ ਗੁਰੂ ਹੋ ਕੇ ਤੁਰ ਜਾਣਗੇ, ਪਰ ਇੱਕੋ ਹੀ ਦੁਨੀਆ ਤੇ ਹੋਇਆ ਕਲਗੀਧਰ ਪਾਤਸ਼ਾਹ ਮਹਾਰਾਜ। ਇਹੀ ਹੈ ਵੀ ਆਪਾਂ ਕੋਈ ਦੇਣ ਤਾਂ ਨਹੀਂ ਉਹਦਾ ਦੇ ਸਕਦੇ, ਬਸ ਉਹਦੇ ਹੋ ਕੇ ਆਪਣਾ ਜਨਮ ਸਫਲਾ ਕਰੀਏ। ਧੰਨਵਾਦ ਗੁਰੂ ਦੀ ਸੰਗਤ ਦਾ, ਮਹਾਂਪੁਰਸ਼ਾਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ।
ਬਾਬਾ ਜੀ ਦੱਸਦੇ ਆ ਕਿ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਪੀਵੋ ਪਹੋਲ ਖੰਡ ਧਾਰ ਹੋਏ ਜਨਮ ਸੇਲ, ਅੰਮ੍ਰਿਤ ਪੀਵੋ ਸਦਾ ਚਿਰ ਜੀਓ, ਹਰ ਸਿਮਰਤ ਅਨੰਤ ਅਨੰਤਾ। ਰੰਗ ਤਮਾਸਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਹੋਈਆਂ ਭੁੱਲਾਂ ਦੀ ਖਿਮਾ। ਬਹੁਤ ਸਾਰੇ ਗੁਰਮੁਖ ਮਹਾਂਪੁਰਸ਼ਾਂ ਨੇ ਆਪ ਨੂੰ ਨਿਹਾਲ ਕਰਨਾ ਜੀ। ਸਾਡੀ ਥੋੜ੍ਹੀ ਜਿਹੀ ਬੇਨਤੀ ਜ਼ਿਆਦੀ ਜਾਣ ਕੇ ਸਵੀਕਾਰ ਕਰਿਓ ਅਤੇ ਖੁਸ਼ੀਆਂ ਨਾਲ ਆਗਿਆ ਬਖਸ਼ਿਓ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ